ਤਾਂ ਬੱਚਿਓ ਸਾਡੇ ਕੋਲ ਪਹਿਲਾ ਸਵਾਲ ਹੈ ਸੰਖਿਆਵਾਂ 26 ਅਤੇ 91 ਦਾ ਮਹੱਤਵ ਸਮਾਵਰਤਕ ਪਤਾ ਕਰੋ। ਦਾ HCF ਆਫ 26 ਐਂਡ 91। ਤਾਂ ਬੱਚਿਓ ਸਾਨੂੰ ਪਤਾ ਹੈ ਜਦੋਂ ਅਸੀਂ ਮਹੱਤਵ ਸਮਾਵਰਤਕ ਐਸੇ ਪਤਾ ਕਰਦੇ ਹਾਂ ਤਾਂ ਅਸੀਂ ਦੋਨਾਂ ਸੰਖਿਆਵਾਂ ਦੇ ਵਿੱਚ ਜੋ ਗੁਣਨਖੰਡ ਜੋ ਫੈਕਟਰ ਸਾਂਝਾ ਹੁੰਦਾ ਹੈ ਉਹ ਸਾਡਾ ਮਹੱਤਵ ਸਮਾਵਰਤਕ ਹੁੰਦਾ ਹੈ। ਹੁਣ ਜੇਕਰ ਆਪਾਂ 26 ਦੇ ਗੁਣਨਖੰਡ ਬਣਾਈਏ ਤਾਂ ਸਾਨੂੰ ਪਤਾ ਹੈ 26 ਦੇ ਗੁਣਨਖੰਡ ਕਿੰਨੇ ਬਣਨਗੇ 2 ਗੁਣਾ 13। ਇਸ ਤਰ੍ਹਾਂ ਸਾਡੇ ਕੋਲ ਜੋ 91 ਦੇ ਗੁਣਨਖੰਡ ਬਣਨੇ ਹਨ ਉਹ ਕਿੰਨੇ ਬਣਨੇ ਹਨ 7 ਗੁਣਾ 13। ਤਾਂ ਹੁਣ ਬੱਚਿਓ ਦੇਖੋ ਦੋਨਾਂ ਵਿੱਚ ਕਿਹੜੀ ਸੰਖਿਆ ਸਾਂਝੀ ਹੈ 13। ਤਾਂ ਇਸ ਤਰ੍ਹਾਂ ਸਾਡੇ ਕੋਲ ਪਹਿਲੇ ਸਵਾਲ ਦਾ ਆਨਸਰ ਕਿੰਨਾ ਹੋਵੇਗਾ 13। ਸਾਡੇ ਕੋਲ ਦੂਜਾ ਪ੍ਰਸ਼ਨ ਹੈ ਸੰਖਿਆਵਾਂ 15 ਅਤੇ 25 ਦਾ ਲਘੁੱਤਮ ਸਮਾਵਰਤਕ ਪਤਾ ਕਰੋ। ਦਾ ਐਲਸੀਐਮ ਆਫ 15 ਐਂਡ 25। ਤਾਂ ਪਹਿਲਾਂ ਆਪਾਂ ਇਸ ਦੇ ਗੁਣਨਖੰਡ ਬਣਾਉਣੇ ਹਾਂ। ਸਾਡੇ ਕੋਲ 15 ਦੇ ਗੁਣਨਖੰਡ ਕੀ ਬਣਨੇ ਹਨ 3 ਗੁਣਾ 5। ਇਸ ਤਰ੍ਹਾਂ ਸਾਡੇ ਕੋਲ 25 ਦੇ ਗੁਣਨਖੰਡ ਬਣਨੇ ਹਨ 5 ਗੁਣਾ 5। ਤਾਂ ਅਸੀਂ ਦੇਖਿਆ ਵੀ ਦੋਨਾਂ ਵਿੱਚ ਸਭ ਤੋਂ ਪਹਿਲਾਂ ਕਿਹੜੀ ਸੰਖਿਆ ਸਾਂਝੀ ਹੈ ਅਸੀਂ ਉਹ ਲਿਖਣੀ ਹੈ, ਕਿਉਂਕਿ ਜਦੋਂ ਅਸੀਂ ਲਘੁੱਤਮ ਸਮਾਵਰਤਕ ਪਤਾ ਕਰਨਾ ਹੁੰਦਾ ਹੈ ਤਾਂ ਪਹਿਲਾਂ ਵਿੱਚੋਂ ਜੋ ਸੰਖਿਆਵਾਂ ਸਾਂਝੀਆਂ ਹਨ ਤਾਂ ਕਿੰਨਾ ਸਾਂਝਾ ਸਾਡੇ ਕੋਲ 5। ਹੁਣ ਦੇਖੋ ਇਹਦੇ ਵਿੱਚ 3 ਬਚ ਗਿਆ, ਇਹਦੇ ਵਿੱਚ 5 ਬਚ ਗਿਆ, ਤਾਂ ਇਹਨਾਂ ਨੂੰ ਅਸੀਂ ਆਪਸ ਵਿੱਚ ਗੁਣਾ ਕਰ ਲੈਣਾ ਹੈ। ਤਾਂ ਸਾਡੇ ਕੋਲ ਕਿੰਨਾ ਆ ਜਾਵੇਗਾ 5 ਗੁਣਾ 3 15, 15 ਗੁਣਾ 5 75। ਇਸ ਤਰ੍ਹਾਂ ਸਾਡੇ ਕੋਲ ਇਸ ਸਵਾਲ ਦਾ ਕਿੰਨਾ ਆਨਸਰ ਆ ਜਾਵੇਗਾ 75। ਸਾਡੇ ਕੋਲ ਅਗਲਾ ਪ੍ਰਸ਼ਨ ਹੈ ਦੋ ਸੰਖਿਆਵਾਂ ਦੇ ਮਹੱਤਵ ਸਮਾਵਰਤਕ ਐਂਡ ਲਘੁੱਤਮ ਸਮਾਵਰਤਕ ਦਾ ਗੁਣਨਫਲ ਬਰਾਬਰ ਹੁੰਦਾ ਹੈ। ਦਾ ਪ੍ਰੋਡਕਟ ਆਫ ਐਲਸੀਐਮ ਐਂਡ ਐਚਸੀਐਫ। ਤਾਂ ਬੱਚੇ ਸਾਨੂੰ ਪਤਾ ਹੈ ਜੋ ਮਹੱਤਵ ਸਮਾਵਰਤਕ ਅਤੇ ਲਘੁੱਤਮ ਸਮਾਵਰਤਕ ਦਾ ਗੁਣਨਫਲ ਹੁੰਦਾ ਹੈ ਉਹ ਕਿਸ ਦੇ ਬਰਾਬਰ ਹੁੰਦਾ ਹੈ ਸੰਖਿਆਵਾਂ ਦਾ ਗੁਣਨਫਲ, ਪ੍ਰੋਡਕਟ ਆਫ ਨੰਬਰਜ਼। ਸਾਡੇ ਕੋਲ ਚੌਥਾ ਪ੍ਰਸ਼ਨ ਹੈ ਜੇਕਰ ਦੋ ਸੰਖਿਆਵਾਂ ਦਾ ਕੋਈ ਸਾਂਝਾ ਅਭਾਜ ਗੁਣਨਖੰਡ ਨਾ ਹੋਵੇ, ਮਤਲਬ ਸੰਖਿਆਵਾਂ ਸਹਿ ਅਭਾਜ ਸੰਖਿਆਵਾਂ ਹੋਣ ਤਾਂ ਮਹੱਤਵ ਸਮਾਵਰਤਕ ਹੁੰਦਾ ਹੈ HCF। ਤਾਂ ਬੱਚਿਓ ਅਸੀਂ ਇੱਥੇ HCF ਲਿਖਣਾ ਹੈ, LCM ਦੀ ਥਾਂ 'ਤੇ ਕੀ ਲਿਖਣਾ ਹੈ ਅਸੀਂ ਇੱਥੇ ਦਾ HCF। ਤਾਂ ਬੱਚਿਓ ਜਦੋਂ ਦੋ ਸੰਖਿਆਵਾਂ ਵਿੱਚ ਕੋਈ ਵੀ ਸੰਖਿਆ ਸਾਂਝੀ ਨਾ ਹੋਵੇ ਤਾਂ ਸਾਡੇ ਕੋਲ ਕਿਹੜੀ ਸੰਖਿਆ ਸਾਂਝੀ ਹੁੰਦੀ ਹੈ ਉਹਨਾਂ ਵਿੱਚ ਫਿਰ 1। ਤਾਂ ਇਸ ਤਰ੍ਹਾਂ ਇਸ ਸਵਾਲ ਦਾ ਆਨਸਰ ਕਿੰਨਾ ਜਾਵੇਗਾ 1। ਸਾਡੇ ਕੋਲ ਅਗਲਾ ਪ੍ਰਸ਼ਨ ਹੈ ਜੇਕਰ ਦੋ ਸੰਖਿਆਵਾਂ ਦਾ ਕੋਈ ਸਾਂਝਾ ਭਾਜ ਗੁਣਨਖੰਡ ਨਾ ਹੋਵੇ, ਮਤਲਬ ਸੰਖਿਆਵਾਂ ਸਹਿ ਅਭਾਜ ਹੋਣ ਤਾਂ ਲਘੁੱਤਮ ਸਮਾਵਰਤਕ ਹੁੰਦਾ ਹੈ ਐਲਸੀਐਮ ਆਫ 2 ਕੋਪ੍ਰਾਈਮ ਨੰਬਰ। ਤਾਂ ਅਸੀਂ ਦੇਖਿਆ ਵੀ ਸੰਖਿਆਵਾਂ ਵਿੱਚ ਕੋਈ ਵੀ ਸੰਖਿਆ ਸਾਂਝੀ ਨਹੀਂ ਹੈ ਤਾਂ ਇਸ ਹਾਲਤ ਦੇ ਵਿੱਚ ਜੋ ਉਹਨਾਂ ਦਾ ਲਘੁੱਤਮ ਸਮਾਵਰਤਕ ਐਲਸੀਐਮ ਹੁੰਦਾ ਹੈ ਉਹ ਸੰਖਿਆਵਾਂ ਦੇ ਗੁਣਨਫਲ ਦੇ ਬਰਾਬਰ ਹੁੰਦਾ ਹੈ, ਜਾਣੀ ਕਿ ਪ੍ਰੋਡਕਟ ਆਫ ਨੰਬਰ ਦੇ ਬਰਾਬਰ ਹੁੰਦਾ ਹੈ। ਸਾਡੇ ਕੋਲ 6ਵਾਂ ਪ੍ਰਸ਼ਨ ਹੈ ਜੇਕਰ A ਅਤੇ B ਧਨਾਤਮਕ ਸੰਖਿਆਵਾਂ ਹੋਣ ਤਾਂ HCF ਗੁਣਾ LCM, ਜਾਣੀ ਕਿ HCF ਅਤੇ LCM ਦਾ ਪ੍ਰੋਡਕਟ ਕਿਹਦੇ ਬਰਾਬਰ ਹੁੰਦਾ ਹੈ। ਤਾਂ ਬੱਚਿਓ ਪਹਿਲਾਂ ਵੀ ਅਸੀਂ ਸਵਾਲ ਕੀਤਾ ਹੈ ਤਾਂ HCF ਅਤੇ LCM ਦਾ ਜੋ ਗੁਣਨਫਲ ਹੁੰਦਾ ਹੈ ਪ੍ਰੋਡਕਟ ਹੁੰਦਾ ਹੈ ਉਹ ਸੰਖਿਆਵਾਂ ਦੇ ਗੁਣਨਫਲ ਦੇ ਬਰਾਬਰ ਹੁੰਦਾ ਹੈ। ਤਾਂ A ਗੁਣਾ B, ਕਿਉਂਕਿ ਸਾਡੇ ਕੋਲ ਸੰਖਿਆਵਾਂ ਇੱਥੇ ਕੀ ਹਨ A ਅਤੇ B, ਸਾਡੇ ਕੋਲ ਸੰਖਿਆਵਾਂ A ਅਤੇ B ਹਨ। ਤਾਂ ਇਸ ਤਰ੍ਹਾਂ ਇਸ ਦਾ ਆਨਸਰ ਹੋਵੇਗਾ A ਗੁਣਾ B। 7ਵਾਂ ਸਵਾਲ ਹੈ ਸਾਡੇ ਕੋਲ ਸੰਖਿਆਵਾਂ ਦਾ ਕੁਝ ਗੁਣਨਫਲ ਅਤੇ ਉਹਦੇ ਵਿੱਚ ਸੰਖਿਆ ਦਾ ਜੋੜ ਕੀਤਾ ਹੈ। ਅਸੀਂ ਦੱਸਣਾ ਵੀ ਕਿਹੜੀ ਸੰਖਿਆ ਹੈ, ਇਹ ਅਭਾਜ ਸੰਖਿਆ ਹੈ, ਭਾਜ ਹੈ, ਰਿਣਾਤਮਕ ਹੈ, ਕੋਈ ਨਹੀਂ, ਜਾਣੀ ਕਿ ਪ੍ਰਾਈਮ ਨੰਬਰ, ਕੰਪੋਜਿਟ ਨੰਬਰ, ਨੈਗੇਟਿਵ ਨੰਬਰ ਜਾਂ ਨਨ ਆਫ ਦੀਜ਼। ਤਾਂ ਅਸੀਂ ਬੱਚੇ ਦੇਖੋ ਇਹਨਾਂ ਵਿੱਚ ਜੋ 15 ਸਾਡੇ ਕੋਲ ਇੱਕ ਸੰਖਿਆ ਸਾਂਝੀ ਹੈ ਤਾਂ ਆਪਾਂ ਲਿਖ ਸਕਦੇ ਹਾਂ 7 ਗੁਣਾ 11 ਗੁਣਾ 13 ਜਮਾ 1। ਤਾਂ ਅਸੀਂ ਦੇਖਿਆ ਵੀ ਇਹ ਸੰਖਿਆ ਦੇ ਵਿੱਚ ਜੋ 15 ਹੈ ਉਹ ਕੀ ਹੈ ਸਾਂਝਾ ਆ ਰਿਹਾ ਹੈ, ਜਾਣੀ ਕਿ ਇਹ ਸੰਖਿਆ ਕਿਹਦੇ ਨਾਲ ਫਿਰ ਵੰਡੀ ਜਾਵੇਗੀ 15 ਨਾਲ। ਤਾਂ ਜਿਹੜੀ ਸੰਖਿਆ ਕਿਸੇ ਸੰਖਿਆ ਨਾਲ ਵੰਡੀ ਜਾਂਦੀ ਹੈ ਭਾਜ ਹੋ ਜਾਂਦੀ ਹੈ ਇਸ ਤਰ੍ਹਾਂ, ਤਾਂ ਉਹਦੇ ਜਿਹੜੇ ਗੁਣਨਫਲ ਸਾਡੇ ਕੋਲ ਬਣਦੇ ਹਨ ਤਾਂ ਉਹ ਸੰਖਿਆ ਕਿਹੜੀ ਹੋਵੇਗੀ ਉਹ ਸਾਡੇ ਕੋਲ ਕੀ ਹੋਵੇਗੀ ਭਾਜ ਸੰਖਿਆ, ਜਾਣੀ ਕਿ ਕੰਪੋਜਿਟ ਨੰਬਰ। 8ਵਾਂ ਸਵਾਲ ਹੈ ਕਿਸੇ ਸੰਪੂਰਨ ਸੰਖਿਆ ਨੂੰ 7 ਨਾਲ ਭਾਗ ਕਰਨ 'ਤੇ ਭਾਗਫਲ 27 ਅਤੇ ਬਾਕੀ 6 ਬਚਦਾ ਹੈ, ਸੰਖਿਆ ਪਤਾ ਕਰੋ। ਤਾਂ ਜਦੋਂ ਅਸੀਂ ਕਿਸੇ ਸੰਖਿਆ ਨੂੰ 7 ਨਾਲ ਭਾਗ ਕਰਦੇ ਹਾਂ ਤਾਂ ਭਾਗਫਲ ਸਾਡੇ ਕੋਲ 27 ਅਤੇ ਬਾਕੀ 6 ਬਚਦਾ ਹੈ। ਤਾਂ ਸਾਡੇ ਕੋਲ ਜੋ ਯੂਕਲਿਡ ਲੈਮਾ ਹੈ ਉਹਦੇ ਵਿੱਚ ਕੀ ਹੁੰਦਾ ਹੈ ਤਾਂ ਉਹ ਸਾਡੇ ਸੰਖਿਆ ਹੁੰਦੀ ਸਾਡੇ ਕੋਲ
ਤਾਂ ਜੋ ਸਾਡੇ ਕੋਲ ਸੰਖਿਆ ਜਿਹਦੇ ਨਾਲ ਭਾਗ ਕਰਦੇ ਹਾਂ ਜੋ ਭਾਗਫਲ ਹੈ, ਭਾਗਫਲ ਸਾਡੇ ਕੋਲ 27 ਹੈ। ਜਿਹੜੀ ਸੰਖਿਆ ਨਾਲ ਭਾਗ ਕੀਤਾ 7 ਨਾਲ ਜਮਾ ਸਾਡੇ ਕੋਲ ਬਾਕੀ, ਤਾਂ ਇਹ ਸਾਡੇ ਕੋਲ ਭਾਗਫਲ ਹੁੰਦਾ ਹੈ। ਇਹ ਅਸੀਂ ਜਿਸ ਸੰਖਿਆ ਨਾਲ ਭਾਜ ਕਰਦੇ ਹਾਂ ਤਾਂ ਇਹ ਸਾਡੇ ਕੋਲ ਬਾਕੀ, ਤਾਂ ਇਸ ਤਰ੍ਹਾਂ ਅਸੀਂ ਇਸ ਨੂੰ ਕਰ ਲੈਣਾ ਹੈ। ਜਦੋਂ ਆਪਾਂ ਇਸ ਦਾ ਜੋੜ ਕਰਾਂਗੇ ਤਾਂ ਸਾਡੇ ਕੋਲ ਇਹ ਆ ਜਾਵੇਗਾ 195, ਜਾਣੀ ਕਿ ਇਸ ਸਵਾਲ ਦਾ ਆਨਸਰ ਕਿੰਨਾ ਹੈ 195। ਸਾਡੇ ਕੋਲ ਅਗਲਾ ਪ੍ਰਸ਼ਨ ਹੈ 9ਵਾਂ, ਜੇਕਰ m ਦੀ ਘਾਤ n 32 ਹੋਵੇ ਤਾਂ m n ਧਨਾਤਮਕ ਸੰਖਿਆਵਾਂ ਹੋਣ ਤਾਂ n m ਦਾ ਮੁੱਲ ਪਤਾ ਕਰੋ। ਬੱਚਿਓ ਅਸੀਂ ਦੇਖਣਾ ਹੈ ਤਾਂ ਸਾਡੇ ਕੋਲ ਜੇਕਰ ਅਸੀਂ 2 ਦੀ ਘਾਤ 5 ਕਰੀਏ ਤਾਂ ਸਾਡੇ ਕੋਲ ਕਿੰਨਾ ਬਣਦਾ ਹੈ 32। ਤਾਂ ਇਸ ਤੋਂ ਸਾਨੂੰ ਕੀ ਪਤਾ ਲੱਗਦਾ ਹੈ ਵੀ ਜੋ m ਹੈ m ਕਿੰਨਾ ਹੈ ਸਾਡੇ ਕੋਲ 2, ਜੋ n ਹੈ n ਕਿੰਨਾ ਹੈ 5। ਤਾਂ ਹੁਣ ਅਸੀਂ ਕਿਸ ਦਾ ਮੁੱਲ ਪਤਾ ਕਰਨਾ ਹੈ n ਦੀ ਘਾਤ m, ਜਾਣੀ ਕਿ 5 ਦੀ ਘਾਤ 2, ਤਾਂ 5 ਦੀ ਘਾਤ 2 ਕਿੰਨਾ ਹੋ ਜਾਵੇਗਾ 25, ਜਾਣੀ ਕਿ ਇਸ ਦਾ ਆਨਸਰ ਕਿੰਨਾ ਆਵੇਗਾ 25। ਸਾਡੇ ਕੋਲ 10ਵਾਂ ਪ੍ਰਸ਼ਨ ਹੈ, ਕਿਸੇ ਪ੍ਰਕਿਰਤਕ ਸੰਖਿਆ n ਦੀ ਘੱਟ ਤੋਂ ਘੱਟ ਕਿੰਨੀ ਕੀਮਤ ਲਈ 24 ਦੀ ਘਾਤ n 8 ਨਾਲ ਭਾਗਯੋਗ ਹੈ। ਤਾਂ ਬੱਚਿਓ ਅਸੀਂ ਦੇਖਣਾ ਵੀ ਇਹ 24 ਦੀ ਘਾਤ n ਹੈ, n ਦੀ ਘੱਟੋ ਘੱਟ ਕਿੰਨੀ ਕੀਮਤ ਲਈ ਇਹ 8 ਨਾਲ ਭਾਗ ਹੈ। ਤਾਂ ਬੱਚਿਓ ਸਾਨੂੰ ਪਤਾ ਹੈ ਵੀ 24 ਨੂੰ ਅਸੀਂ 8 ਨਾਲ ਭਾਗ ਕਰ ਸਕਦੇ ਹਾਂ। ਇਸ ਤਰ੍ਹਾਂ ਅਸੀਂ ਜੇ 24 ਦੀ ਘਾਤ 1 ਕਰੀਏ ਤਾਂ ਸਾਨੂੰ 24 ਪ੍ਰਾਪਤ ਹੋ ਜਾਵੇਗਾ। ਤਾਂ 24 ਨੂੰ ਅਸੀਂ ਕਿੰਨੇ ਨਾਲ ਭਾਗ ਕਰਦੇ ਹਾਂ 8 ਨਾਲ, ਤਾਂ ਇਹ ਸਾਡੇ ਕੋਲ 3 ਆ ਜਾਵੇਗਾ। ਇਸ ਤਰ੍ਹਾਂ n ਦੀ ਕੀਮਤ ਘੱਟੋ ਘੱਟ ਮੁੱਲ ਕਿੰਨੀ ਹੋ ਸਕਦਾ ਹੈ 1, ਤਾਂ ਇਸ ਤਰ੍ਹਾਂ ਇਸ ਸਵਾਲ ਦਾ ਆਨਸਰ ਆਵੇਗਾ 1, ਜਾਣੀ ਕਿ C ਆਨਸਰ ਹੈ ਇਸ ਦਾ ਸਵਾਲ। ਸਾਡੇ ਕੋਲ ਕਿਸੇ ਸੰਪੂਰਨ ਸੰਖਿਆ Q ਲਈ ਕੋਈ ਧਨਾਤਮਕ, ਤਾਂ ਬੱਚੇ ਤੁਸੀਂ ਇੱਥੇ ਧਨਾਤਮਕ ਨੂੰ ਕੱਟ ਦੇਣਾ ਹੈ, ਕੋਈ ਟਾਂਕ ਸੰਪੂਰਨ ਸੰਖਿਆ ਕਿਸ ਰੂਪ ਵਿੱਚ ਹੁੰਦੀ ਹੈ। ਫਾਰ ਸਮ ਇੰਟੀਜਰ Q ਐਵਰੀ ਆਡ ਇੰਟੀਜਰ ਇਜ਼ ਆਫ ਦੀ ਫਾਰਮ, ਜਾਣੀ ਕਿ ਕਿਸੇ ਵੀ ਟਾਂਕ ਸੰਖਿਆ ਨੂੰ ਅਸੀਂ ਕਿਸ ਰੂਪ ਵਿੱਚ ਲਿਖ ਸਕਦੇ ਹਾਂ। ਤਾਂ ਦੇਖੋ 2Q + 1, ਅਸੀਂ ਇੱਥੇ Q ਦੀ ਕੀਮਤ ਕਿੰਨੀ ਭਰ ਗਏ, ਚਾਹੇ 1 ਭਰ ਕੇ ਦੇਖੀਏ 2 ਭਰ ਕੇ ਦੇਖੀਏ 3 ਜਾਂ 4 5 ਕਿੰਨੀ ਵੀ, ਤਾਂ ਇਹਦਾ ਆਨਸਰ ਹਮੇਸ਼ਾ ਕੀ ਆਵੇਗਾ ਸਾਡੇ ਕੋਲ ਟਾਂਕ ਸੰਖਿਆ ਹੀ ਆਵੇਗਾ, ਜਾਣੀ ਕਿ ਸਾਡੇ ਕੋਲ ਆਡ ਇੰਟੀਜਰ ਹੀ ਇਸ ਦਾ ਆਨਸਰ ਆਵੇਗਾ। ਤਾਂ ਇਸ ਕਰਕੇ ਇਸ ਸਵਾਲ ਦਾ ਆਨਸਰ ਕਿੰਨਾ ਹੈ C। ਬੱਚੋ ਸਾਡੇ ਕੋਲ 12ਵਾਂ ਸਵਾਲ ਹੈ, ਕਿਸੇ ਸੰਪੂਰਨ ਸੰਖਿਆ Q ਲਈ ਕੋਈ ਵੀ ਧਨਾਤਮਕ ਜਿਸਤ ਸੰਪੂਰਨ ਸੰਖਿਆ ਕਿਸ ਰੂਪ ਵਿੱਚ ਹੁੰਦੀ ਹੈ। ਤਾਂ ਬੱਚੋ ਪਹਿਲਾਂ ਇਹਦੇ ਵਿੱਚ ਆਪਾਂ ਧਨਾਤਮਕ ਸ਼ਬਦ ਨਹੀਂ ਦੇਖਣਾ ਹੈ, ਇਹਨੂੰ ਕੱਟ ਦੇਣਾ ਹੈ, ਤਾਂ ਅਸੀਂ ਸਿਰਫ ਜਿਸਤ ਸੰਪੂਰਨ ਸੰਖਿਆ ਬਾਰੇ ਦੇਖਣਾ ਹੈ। ਤਾਂ ਕੋਈ ਵੀ ਜਿਸਤ ਸੰਪੂਰਨ ਸੰਖਿਆ ਕਿਸ ਰੂਪ ਵਿੱਚ ਹੁੰਦੀ ਹੈ 2Q, ਕਿਉਂਕਿ ਸਾਡੇ ਕੋਲ Q ਦਾ ਮੁੱਲ ਕਿੰਨਾ ਵੀ ਹੋਵੇ 1 2 3, ਜਦੋਂ ਅਸੀਂ ਉਸ ਨੂੰ 2 ਸੰਖਿਆ ਨਾਲ ਗੁਣਾ ਕਰਾਂਗੇ ਤਾਂ ਇਹ ਸਾਡੇ ਕੋਲ ਹਮੇਸ਼ਾ ਇੱਕ ਜਿਸਤ ਈਵਨ ਸੰਖਿਆ ਸਾਡੇ ਕੋਲ ਬਣ ਜਾਣੀ ਹੈ। ਤਾਂ ਇਸ ਲਈ ਇਸ ਸਵਾਲ ਦਾ ਆਨਸਰ ਕਿੰਨਾ ਹੋਵੇਗਾ D। 13ਵਾਂ ਸਵਾਲ ਹੈ, ਜੇਕਰ n ਦੀ ਘਾਤ 2 - 1 ਸੰਖਿਆ 8 ਨਾਲ ਭਾਗਯੋਗ ਹੈ ਤਾਂ n ਹੋਵੇਗਾ। ਅਸੀਂ ਦੇਖਣਾ ਵੀ n ਦੀ ਘਾਤ 2 - 1 ਸੰਖਿਆ 8 ਨਾਲ ਵੰਡੀ ਜਾਂਦੀ ਹੈ, ਤਾਂ n ਦਾ ਮੁੱਲ ਕੀ ਹੋਵੇਗਾ, ਜਿਸਤ ਸੰਖਿਆ, ਪ੍ਰਕਿਰਤਕ ਸੰਖਿਆ ਜਾਂ ਟਾਂਕ ਸੰਖਿਆ। ਦੇਖੋ ਅਸੀਂ n ਦਾ ਮੁੱਲ ਜੇਕਰ 1 ਭਰਦੇ ਹਾਂ ਤਾਂ ਸਾਡੇ ਕੋਲ ਕਿੰਨਾ ਆ ਜਾਵੇਗਾ, 1 ਦੇ ਵਿੱਚੋਂ ਅਸੀਂ 1 ਘਟਾਇਆ ਤਾਂ ਸਾਡੇ ਕੋਲ 1 ਦਾ ਸਕੁਏਅਰ - 1 0 ਆ ਜਾਵੇਗਾ, ਤਾਂ 0 ਨੂੰ ਅਸੀਂ 8 ਨਾਲ ਭਾਗ ਕਰ ਸਕਦੇ ਹਾਂ। ਫਿਰ ਅਸੀਂ 3 ਭਰਦੇ ਹਾਂ, 3 ਭਰਾਂਗੇ ਤਾਂ 9 - 1 8, ਤਾਂ ਉਹ ਵੀ 8 ਨਾਲ ਭਾਗ ਹੈ। ਫਿਰ ਅਸੀਂ ਇਹ 5 ਭਰ ਗਏ, 5 ਦੀ ਘਾਤ 2 25, 25 - 1 24, ਤਾਂ 24 8 ਨਾਲ ਭਾਗਯੋਗ ਹੈ। ਤਾਂ ਇਸ ਤਰ੍ਹਾਂ ਕਿਸੇ ਵੀ ਟਾਂਕ ਸੰਖਿਆ ਲਈ n ਦੀ ਘਾਤ 2 - 1 8 ਨਾਲ ਭਾਗਯੋਗ ਹੈ, ਜਾਣੀ ਕਿ ਇਸ ਦਾ ਆਨਸਰ ਸਾਡੇ ਕੋਲ ਕੀ ਹੈ C। P ਅਭਾਜ ਸੰਖਿਆ ਹੋਵੇ, ਜਾਣੀ ਕਿ ਪ੍ਰਾਈਮ ਨੰਬਰ ਹੋਵੇ, ਅਤੇ P K ਦੀ ਘਾਤ 2 ਨੂੰ ਭਾਗ ਕਰਦੀ ਹੋਵੇ ਤਾਂ P ਕਿਸ ਨੂੰ ਭਾਗ ਕਰੇਗੀ, 2K + 1 K ਜਾਂ 3K + 1। ਮੰਨ ਲਓ ਸਾਡੇ ਕੋਲ P ਅਭਾਜ ਸੰਖਿਆ ਬੱਚੋ, ਮੰਨ ਲਓ ਅਸੀਂ P ਨੂੰ 5 ਮੰਨ ਲੈਂਦੇ ਹਾਂ, ਠੀਕ ਹੈ। ਅਸੀਂ ਮੰਨ ਲਓ ਸਾਡੇ ਕੋਲ K ਦੀ ਘਾਤ 2 ਹੈ, ਸਾਡੇ ਕੋਲ ਇਹ 25 ਹੈ, 25 ਕਿਹਦਾ ਘਾਤ 2 ਹੈ 5 ਦੀ ਘਾਤ 2, ਤਾਂ ਅਸੀਂ K 5 ਲਿਆ ਹੈ। ਹੁਣ ਦੇਖੋ ਜੇਕਰ ਕਿਸੇ ਵਰਗ ਨੂੰ ਕੋਈ ਸੰਖਿਆ ਵੰਡ ਰਹੀ ਹੈ, ਦੇਖੋ 5 ਵੰਡ ਰਹੀ ਹੈ, ਤਾਂ 5 5 25, ਤਾਂ ਉਹ ਕਿੰਨੇ ਨੂੰ ਵੰਡ ਕਰੇਗੀ 5 ਨੂੰ। ਮਤਲਬ ਜੇਕਰ ਸੰਖਿਆ ਕਿਸੇ ਦੇ ਵਰਗ ਨੂੰ ਭਾਗ ਕਰਦੀ ਹੈ ਤਾਂ ਉਹ ਉਸ ਸੰਖਿਆ ਨੂੰ ਵੀ ਭਾਗ
ਕਰੇਗੀ। ਤਾਂ ਇਸ ਕਰਕੇ ਇਸ ਦਾ ਆਂਸਰ ਕਿੰਨਾ ਸਾਡੇ ਕੋਲ ਕੇ। ਤਾਂ ਬੱਚੋ ਸਾਡੇ ਕੋਲ ਯੂਕਲਿਡ ਵੰਡ ਪ੍ਰਮੇਇਕਾ ਦਾ ਇੱਕ ਸੂਤਰ ਹੈ। ਅਸੀਂ ਦੱਸਣਾ ਵੀ ਇਹਦੇ ਲਈ ਕਿਹੜਾ ਆਂਸਰ ਸਹੀ ਹੈ। ਵੀ ਜਦੋਂ ਸਾਡੇ ਕੋਲ ਇਹ ਯੂਕਲਿਡ ਵੰਡ ਪ੍ਰਮੇਇਕਾ ਸਾਡੇ ਕੋਲ ਲੈਮਾ ਹੁੰਦਾ ਹੈ ਇਸ ਤਰ੍ਹਾਂ, ਤਾਂ ਇਹ ਕਿਹਦੇ ਲਈ ਸਹੀ, ਇਹਦੇ ਲਈ ਸ਼ਰਤ ਕਿਹੜੀ ਸਹੀ ਹੈ। ਆਰ ਸਾਡੇ ਕੋਲ ਕੀ ਹੈ ਬੱਚੋ, ਭਾਗਫਲ ਹੈ। ਆਰ ਸਾਡੇ ਕੋਲ ਬਾਕੀ ਹੈ। ਕਿਊ ਭਾਗਫਲ ਹੈ। ਬੀ ਸਾਡੇ ਕੋਲ ਭਾਜਕ ਹੈ। ਤਾਂ ਇਸ ਲਈ ਸਾਡੇ ਕੋਲ ਜਿਹੜਾ ਆਂਸਰ ਸੀ ਆ ਉਹ ਸਹੀ ਹੋਵੇਗਾ, ਕਿਉਂਕਿ ਬਾਕੀ ਹਮੇਸ਼ਾ 0 ਹੋ ਸਕਦਾ ਹੈ ਜਾਂ 0 ਤੋਂ ਵੱਧ, ਅਤੇ ਹਮੇਸ਼ਾ ਭਾਜਕ ਨਾਲੋਂ ਛੋਟਾ। ਤਾਂ ਇਸ ਕਰਕੇ ਇਸ ਸਵਾਲ ਦਾ ਆਂਸਰ ਕਿੰਨਾ ਆਵੇਗਾ, ਬੀ। ਤਾਂ ਇਸ ਤਰ੍ਹਾਂ ਸਾਡੇ ਕੋਲ 16ਵਾਂ ਸਵਾਲ ਹੈ। ਕਿਸੇ ਪ੍ਰਮੇୟ ਸੰਖਿਆ P/Q ਦਾ ਦਸ਼ਮਲਵ ਰੂਪ ਸ਼ਾਂਤ ਹੁੰਦਾ ਹੈ ਜਦੋਂ Q ਦੇ ਗੁਣਨਫਲ ਕਿਸ ਰੂਪ ਵਿੱਚ ਹੋਣਗੇ। Q ਬੱਚੋ ਦੇਖੋ ਸਾਡੇ ਕੋਲ ਬਟਿਆਂ ਦੇ ਰੂਪ ਵਿੱਚ ਹੈ, ਯਾਨੀ ਕਿ ਹਰ ਦੇ ਰੂਪ ਵਿੱਚ ਹੈ। ਤਾਂ ਸਾਨੂੰ ਪਤਾ ਹੈ ਜਦੋਂ ਹਰ ਦੇ ਜਿਹੜੇ ਗੁਣਨਖੰਡ ਆ ਸਿਰਫ 2 ਅਤੇ 5 ਵਿੱਚ ਬਣਦੇ ਹੈ, ਤਾਂ ਉਸ ਪ੍ਰਮੇୟ ਸੰਖਿਆ ਦਾ ਜਿਹੜਾ ਦਸ਼ਮਲਵ ਰੂਪ ਆ ਉਹ ਸ਼ਾਂਤ ਹੁੰਦਾ ਹੈ। 12ਵਾਂ ਸਵਾਲ ਹੈ। ਜੇਕਰ ਦੋ ਸੰਖਿਆਵਾਂ ਦਾ ਮਹੱਤਵ ਸਮਾਵਰਤਕ 1 ਹੋਵੇ, ਜਾਣੀ ਕਿ HCF 1 ਹੋਵੇ, ਤਾਂ ਉਹ ਸੰਖਿਆਵਾਂ ਕੀ ਹੁੰਦੀਆਂ ਹਨ। ਤਾਂ ਉਹ ਸੰਖਿਆਵਾਂ ਸਹਿ ਅਭਾਜ ਸੰਖਿਆਵਾਂ ਹੁੰਦੀਆਂ ਹਨ, ਜਾਣੀ ਕਿ ਰਿਲੇਟਿਵਲੀ ਪ੍ਰਾਈਮ ਜਾਂ ਕੋ ਪ੍ਰਾਈਮ। ਜਾਣੀ ਕਿ ਇਸ ਦਾ ਆਂਸਰ ਕੀ ਹੋਵੇਗਾ, ਬੀ। ਸਭ ਤੋਂ ਛੋਟੀ ਭਾਜ ਅਤੇ ਸਭ ਤੋਂ ਛੋਟੀ ਅਭਾਜ ਸੰਖਿਆ ਦਾ ਮਹੱਤਵ ਸਮਾਵਰਤਕ ਕੀ ਹੋਵੇਗਾ। ਤਾਂ ਬੱਚੋ ਸਭ ਤੋਂ ਛੋਟੀ ਅਭਾਜ ਸੰਖਿਆ ਕਿਹੜੀ ਹੁੰਦੀ ਹੈ, 2। ਅਤੇ ਸਭ ਤੋਂ ਛੋਟੀ ਜਿਹੜੀ ਭਾਜ ਸੰਖਿਆ ਉਹ ਕਿੰਨੀ ਹੁੰਦੀ ਹੈ, 4। ਜਾਣੀ ਕਿ ਸਭ ਤੋਂ ਛੋਟੀ ਅਭਾਜ ਸੰਖਿਆ 2, ਸਭ ਤੋਂ ਛੋਟੀ ਭਾਜ ਸੰਖਿਆ 4। ਤਾਂ ਫਿਰ 4 ਦੇ ਗੁਣਨਖੰਡ ਕੀ ਬਣਦੇ ਹਨ, 2 ਗੁਣਾ 2। ਤਾਂ ਦੋਨਾਂ ਵਿੱਚ ਕਿਹੜੀ ਸੰਖਿਆ ਸਾਂਝੀ ਹੈ, 2। ਤਾਂ ਇਸ ਤਰ੍ਹਾਂ ਇਸ ਦਾ ਆਂਸਰ ਕਿੰਨਾ ਆਵੇਗਾ, ਸੀ, ਜਾਣੀ ਕਿ 2। ਜਾਣੀ ਕਿ ਸਭ ਤੋਂ ਛੋਟੀ ਭਾਜ ਸੰਖਿਆ ਸਮਾਲੈਸਟ ਕੰਪੋਨੈਂਟ ਨੰਬਰ ਐਂਡ ਸਮਾਲੈਸਟ ਪ੍ਰਾਈਮ ਨੰਬਰ ਦਾ ਜੋ HCF ਉਹ ਕਿੰਨਾ ਹੁੰਦਾ ਹੈ, 2 ਹੁੰਦਾ ਹੈ। ਸੰਖਿਆਵਾਂ ਦਾ ਮਹੱਤਵ ਸਮਾਵਰਤਕ 23 ਅਤੇ ਲਘੁੱਤਮ ਸਮਾਵਰਤਕ 1449 ਹੈ। ਜੇਕਰ ਇੱਕ ਸੰਖਿਆ 161 ਹੈ ਤਾਂ ਸੰਖਿਆ ਦੂਜੀ ਪਤਾ ਕਰੋ, ਜਾਣੀ ਕਿ ਦੂਸਰੀ ਸੰਖਿਆ ਬੱਚੋ ਅਸੀਂ ਇਹਦੇ ਵਿੱਚ ਪਤਾ ਕਰਨੀ ਹੈ। ਤਾਂ ਬੱਚੋ ਸਾਨੂੰ ਪਤਾ ਹੈ ਵੀ ਜੋ ਮਹੱਤਵ ਸਮਾਵਰਤਕ ਅਤੇ ਲਘੁੱਤਮ ਸਮਾਵਰਤਕ ਦਾ ਗੁਣਨਫਲ ਹੁੰਦਾ ਹੈ ਉਹ ਸੰਖਿਆਵਾਂ ਦੇ ਗੁਣਨਫਲ ਦੇ ਬਰਾਬਰ ਹੁੰਦਾ ਹੈ। ਜੇਕਰ ਸਾਨੂੰ ਇੱਕ ਸੰਖਿਆ ਪਤਾ ਹੈ, ਅਸੀਂ ਦੂਸਰੀ ਸੰਖਿਆ ਪਤਾ ਕਰਨੀ ਹੈ, ਤਾਂ ਮਹੱਤਵ ਸਮਾਵਰਤਕ ਅਤੇ ਲਘੁੱਤਮ ਸਮਾਵਰਤਕ ਦੇ ਗੁਣਨਫਲ ਨੂੰ ਪਹਿਲੀ ਸੰਖਿਆ ਨਾਲ ਭਾਗ ਕਰ ਦਿਓ। ਤਾਂ ਅਸੀਂ ਜਦੋਂ ਉਸਨੂੰ ਪਹਿਲੀ ਸੰਖਿਆ ਨਾਲ ਭਾਗ ਕਰ ਦਿੱਤਾ ਤਾਂ ਸਾਡੇ ਕੋਲ ਦੂਜੀ ਸੰਖਿਆ ਪ੍ਰਾਪਤ ਹੋ ਜਾਵੇਗੀ। ਇਸ ਤਰ੍ਹਾਂ 23 ਗੁਣਾ 49 ਬਟੇ 161 ਕਰਾਂਗੇ ਤਾਂ ਸਾਡੇ ਕੋਲ ਇਸ ਦਾ ਆਂਸਰ ਕਿੰਨਾ ਜਾਵੇਗਾ, ਬੀ, 207। ਕਿਸੇ ਸੰਪੂਰਨ ਸੰਖਿਆ ਨੂੰ 61 ਨਾਲ ਭਾਗ ਕਰਨ 'ਤੇ ਭਾਗਫਲ 27 ਅਤੇ ਬਾਕੀ 32 ਬਚਦਾ ਹੈ ਤਾਂ ਸੰਖਿਆ ਪਤਾ ਕਰੋ। ਅਤੇ ਇਹ ਬੱਚੋ ਸਾਡੇ ਕੋਲ ਯੂਕਲਿਡ ਲੈਂਬਰ ਵਾਲਾ ਸਵਾਲ ਹੈ। ਤਾਂ ਸਾਡੇ ਕੋਲ ਭਾਗਫਲ ਕਿੰਨਾ ਹੈ, 27। ਕਿਹੜੀ ਸੰਖਿਆ ਨਾਲ ਭਾਗ ਕਰਨਾ ਹੈ, ਜਾਣੀ ਕਿ ਭਾਜ ਕਿੰਨਾ ਹੈ, 61 ਜਮ੍ਹਾਂ ਬਾਕੀ 32। ਜਦੋਂ ਆਪਾਂ ਇਸ ਤਰ੍ਹਾਂ ਇਸ ਸਵਾਲ ਨੂੰ ਹੱਲ ਕਰਾਂਗੇ ਤਾਂ ਸਾਡੇ ਕੋਲ 1669 ਇਸ ਦਾ ਆਂਸਰ ਆ ਜਾਵੇਗਾ। ਜਾਣੀ ਕਿ ਇੱਥੇ ਅਸੀਂ ਯੂਕਲਿਡ ਲੈਮਾ ਯੂਕਲਿਡ ਪ੍ਰਮੇਇਕਾ ਦੀ ਵਰਤੋਂ ਕੀਤੀ ਹੈ। ਲਗਾਤਾਰ ਜਿਸਤ ਸੰਖਿਆਵਾਂ ਦਾ ਮਹੱਤਵ ਸਮਾਵਰਤਕ ਕੀ ਹੋਵੇਗਾ, HCF 2 ਕੰਸੀਕਿਊਟਿਵ ਈਵਨ ਨੰਬਰ। ਮੰਨ ਲਓ ਬੱਚਾ ਸਾਡੇ ਕੋਲ ਪਹਿਲਾ ਈਵਨ ਨੰਬਰ 2 ਹੈ, ਉਸ ਤੋਂ ਬਾਅਦ ਈਵਨ ਨੰਬਰ ਕਿਹੜਾ ਹੈ, 4 ਹੈ। ਤਾਂ ਇਹਨਾਂ ਦੋਵਾਂ ਦਾ ਮਹੱਤਵ ਸਮਾਵਰਤਕ ਕਿੰਨਾ ਹੋਵੇਗਾ, 2। ਜੇ ਅਸੀਂ 4 ਅਤੇ 6 ਲੈਂਦੇ ਹਾਂ ਇਹਦਾ ਵੀ ਕਿੰਨਾ ਹੋਵੇਗਾ, 2। ਤਾਂ ਇਸ ਤਰ੍ਹਾਂ ਅਸੀਂ ਕਹਿ ਸਕਦੇ ਹਾਂ ਵੀ ਲਗਾਤਾਰ 2 ਜਿਸਤ ਸੰਖਿਆਵਾਂ ਦਾ ਮਹੱਤਵ ਸਮਾਵਰਤਕ ਕਿੰਨਾ ਹੁੰਦਾ ਹੈ, 2। ਪ੍ਰਸ਼ਨ ਆਇਆ, 2 ਲਗਾਤਾਰ ਟਾਕ ਸੰਖਿਆਵਾਂ ਦਾ ਮਹੱਤਵ ਸਮਾਵਰਤਕ ਕੀ ਹੋਵੇਗਾ। ਸਾਡੇ ਕੋਲ ਮੰਨ ਲਓ ਪਹਿਲੀ ਟਾਂਕ ਸੰਖਿਆ 3 ਹੈ, ਦੂਸਰੀ 5 ਹੈ, ਜਿਸ ਤਰ੍ਹਾਂ 7 ਲੱਗੇ। ਅਸੀਂ ਜੇ 3 ਅਤੇ 5 ਦਾ ਮਹੱਤਵ ਸਮਾਵਰਤਕ ਕੱਢਦੇ ਹਾਂ 1 ਹੋਵੇਗਾ। ਇਸ ਤਰ੍ਹਾਂ 5 ਅਤੇ 7 ਦਾ ਵੀ 1 ਹੋਵੇਗਾ, ਕਿਉਂਕਿ ਇਹਨਾਂ ਵਿੱਚ ਕੋਈ ਵੀ ਗੁਣਨਫਲ ਸਾਂਝਾ ਨਹੀਂ ਹੁੰਦਾ। ਇਸ ਕਰਕੇ ਇਸ ਦਾ ਆਂਸਰ ਕੀ ਹੋਵੇਗਾ, 1। ਜੇਕਰ 65 ਅਤੇ 117 ਦਾ ਮਹੱਤਵ ਸਮਾਵਰਤਕ 165 - 17 ਦੇ ਰੂਪ ਵਿੱਚ ਹੁੰਦਾ ਹੈ ਤਾਂ M ਦਾ ਮੁੱਲ ਕੀ ਹੋਵੇਗਾ। ਤਾਂ ਬੱਚੋ ਅਸੀਂ ਦੱਸਣਾ ਇੱਥੇ M ਦਾ ਮੁੱਲ ਕਿੰਨਾ ਹੋਵੇਗਾ। ਤਾਂ ਅਸੀਂ ਦੇਖੋ ਜੋ 65 ਅਤੇ 117 ਹੈ, ਸਾਡੇ ਕੋਲ 65 ਦੇ ਗੁਣਨਫਲ ਕੀ ਬਣਦੇ ਹਨ, 13 ਗੁਣਾ 5। 117 ਦੇ ਗੁਣਨਖੰਡ ਕੀ ਬਣਦੇ ਹਨ, 13 ਗੁਣਾ 9। ਤਾਂ ਦੋਨਾਂ ਦਾ ਮਹੱਤਵ ਸਮਾਵਰਤਕ ਵਿੱਚੋਂ ਕਿੰਨਾ ਆ ਗਿਆ, 13। ਜਾਣੀ ਕਿ ਇਹਨਾਂ ਦਾ ਮਹੱਤਵ ਸਮਾਵਰਤਕ ਕਿੰਨਾ ਹੈ, 13। ਜਾਣੀ ਕਿ ਹੁਣ ਅਸੀਂ 65M - 117 ਨੂੰ ਬਰਾਬਰ ਕਿਹਦੇ ਰੱਖਣਾ ਹੈ, 13 ਦੀ। ਤਾਂ ਇਸ ਤਰ੍ਹਾਂ ਅਸੀਂ ਜਿਹਦੇ ਨੂੰ ਹੱਲ ਕਰਾਂਗੇ ਤਾਂ ਸਾਡੇ ਕੋਲ ਜੋ M ਦਾ ਮੁੱਲ ਆ ਜਾਵੇਗਾ ਉਹ 2 ਆ ਜਾਵੇਗਾ। ਤਾਂ ਇਸ ਤਰ੍ਹਾਂ ਇਸ ਦਾ ਆਂਸਰ ਕਿੰਨਾ ਆਵੇਗਾ, 2।
ਵੱਡੀ ਸੰਖਿਆ ਜੋ 70 ਅਤੇ 125 ਨੂੰ ਵੰਡਦੀ ਹੈ ਤਾਂ ਕ੍ਰਮਵਾਰ 5 ਅਤੇ 8 ਬਚੇ ਤਾਂ ਸੰਖਿਆ ਕੀ ਹੋਵੇਗੀ। ਤਾਂ ਅਸੀਂ 70 ਅਤੇ 70 ਐਂਡ 125 ਨੂੰ ਕਿਸੇ ਕਿਹੜੀ ਸੰਖਿਆ ਨਾਲ ਡਿਵਾਈਡ ਕਰੀਏ ਤਾਂ ਕਿ ਸਾਡੇ ਕੋਲ ਜੋ ਰਿਮਾਈਂਡਰ ਆ ਉਹ 5 ਅਤੇ 8 ਆਵੇ। ਤਾਂ ਇਸ ਤਰ੍ਹਾਂ ਬੱਚੋ ਸਾਡੇ ਕੋਲ ਇਸ ਦਾ ਆਂਸਰ ਕਿੰਨਾ ਆਵੇਗਾ 13, ਕਿਉਂਕਿ 13 5 65 ਜਮ੍ਹਾਂ 5 70, 13 9 117 ਜਮ੍ਹਾਂ 8 125। ਦੋ ਧਨਾਤਮਕ ਸੰਪੂਰਨ ਸੰਖਿਆਵਾਂ a ਅਤੇ b ਨੂੰ ਇਸ ਤਰ੍ਹਾਂ ਲਿਖਿਆ ਹੋਵੇ ਤਾਂ ਸਾਡੇ ਕੋਲ a ਅਤੇ b ਦਾ ਮਹੱਤਵ ਸਮਾਵਰਤਕ ਕੀ ਹੋਵੇਗਾ। ਤਾਂ ਦੇਖੋ ਬੱਚੋ ਸਾਨੂੰ ਮਹੱਤਵ ਸਮਾਵਰਤਕ ਕੀ ਹੁੰਦਾ ਹੈ HCF। ਤਾਂ ਸਾਡੇ ਕੋਲ ਪਤਾ ਸਾਡੇ ਕੋਲ HCF ਦਾ ਫੁੱਲ ਫਾਰਮ ਕੀ ਹੈ ਹਾਈਐਸਟ ਕਾਮਨ ਫੈਕਟਰ, ਵੀ ਦੋਨਾਂ ਵਿੱਚ ਜੋ ਸਾਡੇ ਕੋਲ ਹਾਈਐਸਟ ਕਾਮਨ ਫੈਕਟਰ ਆ ਦੋਨਾਂ ਵਿੱਚ ਜੋ ਸਾਂਝੇ ਫੈਕਟਰ ਆ ਸਾਂਝਾ ਗੁਣਨਫੰਡ ਹੈ ਉਸ ਦਾ ਆਂਸਰ ਹੁੰਦਾ ਹੈ। ਤਾਂ ਪਹਿਲਾਂ ਦੇਖਿਆ ਇਹਦੇ ਵਿੱਚ ਸਾਡੇ ਕੋਲ ਜੋ x ਦੀ ਘਾਤ ਕਿੰਨੀ ਹੈ 3 ਹੈ, ਇੱਥੇ x ਹੈ ਤਾਂ ਜਾਣ ਕੇ ਇੱਕ x ਸਾਂਝਾ ਹੋਇਆ, ਇਹਦੇ ਦੀ ਘਾਤ 2 ਹੈ ਅਤੇ y ਦੀ ਘਾਤ 3 ਹੈ ਤਾਂ ਦੋਨਾਂ ਵਿੱਚ ਵੱਧ ਤੋਂ ਵੱਧ y ਦੀ ਘਾਤ 2 ਸਾਂਝੀ ਹੋਊਗੀ। ਤਾਂ ਇਸ ਤਰ੍ਹਾਂ ਸਾਡੇ ਕੋਲ ਜੋ ਇਸ ਦਾ ਆਂਸਰ ਆਵੇਗਾ ਫਿਰ ਉਹ ਕਿੰਨਾ ਆਵੇਗਾ x y ਦੀ ਘਾਤ 2। ਧਨਾਤਮਕ ਸੰਪੂਰਨ ਸੰਖਿਆਵਾਂ p ਅਤੇ q ਨੂੰ ਇਸ ਤਰ੍ਹਾਂ ਲਿਖਿਆ ਹੋਵੇ ਤਾਂ ਇਹਨਾਂ ਦਾ ਲਘੁੱਤਮ ਸਮਾਵਰਤਕ ਕੀ ਹੋਵੇਗਾ। ਤਾਂ ਬੱਚੋ ਸਾਨੂੰ ਪਤਾ ਹੈ ਜੋ LCM ਹੁੰਦਾ ਹੈ ਉਹ ਕੀ ਹੁੰਦਾ ਹੈ ਲੀਸਟ ਕਾਮਨ ਮਲਟੀਪਲ, ਘੱਟੋ ਘੱਟ ਉਹਨਾਂ ਵਿੱਚ ਕਿਹੜਾ ਲੀਸਟ ਕਾਮਨ ਮਲਟੀਪਲ ਜਾਣੀ ਕਿ ਕਿਹੜਾ ਗੁਣਨਫਲ ਉਹਨਾਂ ਵਿੱਚ ਸਾਂਝਾ ਹੈ। ਤਾਂ ਅਸੀਂ ਦੇਖਣਾ ਇੱਥੇ ਵੱਧ ਪਾਵਰ ਵਾਲਾ, ਦੇਖੋ ਪਹਿਲੇ ਵਿੱਚ 22 ਦੀ ਪਾਵਰ 2 ਹੈ, ਦੂਸਰੇ ਵਿੱਚ 22 ਦੀ ਪਾਵਰ ਕਿੰਨੀ ਹੈ 1 ਹੈ ਤਾਂ ਸਾਡੇ ਕੋਲੇ 22 ਦੀ ਪਾਵਰ ਕਿੰਨੀ ਹੋਏਗੀ ਫਿਰ 2 ਸਾਂਝੀ, ਪਹਿਲੇ ਵਿੱਚ x ਦੀ ਘਾਤ 1 ਹੈ ਦੂਸਰੇ ਵਿੱਚ x ਦੀ ਘਾਤ 3 ਹੈ ਤਾਂ ਫਿਰ x ਦੀ ਘਾਤ ਕਿੰਨੀ ਸਾਂਝੀ ਹੋਵੇਗੀ 3, ਜਾਣੀ ਕਿ ਆਂਸਰ ਕਿੰਨਾ ਆਵੇਗਾ x ਦੀ ਘਾਤ 3 y ਦੀ ਘਾਤ 2, ਜਾਣੀ ਕਿ ਸਾਡੇ ਕੋਲ ਇਸ ਦਾ ਆਂਸਰ ਕੀ ਹੈ C ਆਂਸਰ ਹੈ। ਤਾਂ ਅਸੀਂ ਮਹੱਤਵ ਸਮਾਵਰਤ ਵਿੱਚ ਘੱਟ ਘਾਤ ਵਾਲੀਆਂ ਸੰਖਿਆਵਾਂ ਦੇਖਣੀਆਂ ਸਾਂਝੀਆਂ ਦੇਖਣੀਆਂ ਹੁੰਦੀਆਂ ਹਨ ਅਤੇ ਲਘੁੱਤਮ ਸਮਾਵਰਤ ਦੇ ਵਿੱਚ ਅਸੀਂ ਵੱਧ ਘਾਤ ਵਾਲੀਆਂ ਜੋ ਸੰਖਿਆਵਾਂ ਉਹ ਲਿਖਣੀਆਂ ਹੁੰਦੀਆਂ ਹਨ। 1 ਤੋਂ 10 ਤੱਕ 1 ਅਤੇ 10 ਨੂੰ ਵੀ ਅਸੀਂ ਸ਼ਾਮਲ ਕਰਨਾ ਹੈ। ਦੇ ਸਾਰੇ ਅੰਕਾਂ ਨਾਲ ਵੰਡੀ ਜਾਣ ਵਾਲੀ ਸਭ ਤੋਂ ਛੋਟੀ ਸੰਖਿਆ ਕਿਹੜੀ ਹੈ, ਵੀ 1 ਤੋਂ 10 ਤੱਕ ਉਹ ਕਿਹੜੀ 1 ਤੋਂ 10 ਤੱਕ ਨਾਲ ਕਿਹੜੀ ਸੰਖਿਆ ਸਾਡੇ ਕੋਲ ਥੱਲੇ 4 ਸੰਖਿਆਵਾਂ ਦਿੱਤੀਆਂ ਹਨ ਕਿਹੜੀ ਸੰਖਿਆ ਇਹਨਾਂ ਨਾਲ ਵੰਡੀ ਜਾਂਦੀ ਹੈ। ਤਾਂ ਇਸ ਦਾ ਆਂਸਰ ਬੱਚਿਓ ਕਿੰਨਾ ਆਵੇਗਾ 2520। ਇਹ ਤੁਸੀਂ ਵੰਡ ਕੇ ਦੇਖ ਸਕਦੇ ਹੋ। ਤੱਕ ਸੰਖਿਆ n ਦੇ ਲਈ ਸੰਖਿਆ 4 ਦੀ ਘਾਤ ਸੰਖਿਆ 4 ਦੀ ਘਾਤ n ਅੰਕ 0 'ਤੇ ਸਮਾਪਤ ਹੋ ਜਾਵੇਗੀ। ਅਸੀਂ ਦੇਖਣਾ ਵੀ ਇਹ 4 ਦੀ ਘਾਤ n ਹੋਵੇ ਤਾਂ n ਦੀ ਕਿਸ ਕੀਮਤ ਲਈ ਜਿਹੜੀ ਹੈ 4 ਆ ਉਹ ਕਦੇ 0 'ਤੇ ਸਮਾਪਤ ਹੋ ਜਾਵੇਗੀ। ਤਾਂ ਕੋਈ ਵੀ ਸੰਖਿਆ 0 'ਤੇ ਸਮਾਪਤ ਹੁੰਦੀ ਹੈ ਜਾਣੀ ਕਿ ਉਸ ਦਾ ਇਕਾਈ ਵਾਲਾ ਅੰਕ 0 ਹੁੰਦਾ ਹੈ ਜੇਕਰ ਉਹ ਉਸ ਸੰਖਿਆ ਦੇ ਜਿਹੜੇ ਗੁਣਨਫਲ ਆ ਉਹ 2 ਅਤੇ 5 ਦੇ ਰੂਪ ਵਿੱਚ ਹੋਣ। ਤਾਂ ਅਸੀਂ ਦੇਖਿਆ ਵੀ ਜੋ 4 ਦੇ ਗੁਣਨਫਲ ਹਨ ਉਹ ਕੀ ਬਣਦੇ ਹਨ 2 ਗੁਣਾ 2, ਇਸ ਵਿੱਚ 2 ਤਾਂ ਹੈ ਲੇਕਿਨ 5 ਇਹਦੇ ਵਿੱਚ ਨਹੀਂ ਹੈ, ਇਸ ਕਰਕੇ ਇਹ ਜੋ 4 ਦੀ ਘਾਤ n ਵਾਲੀ ਸੰਖਿਆ ਹੈ ਉਹ ਕਦੇ ਵੀ 0 'ਤੇ ਸਮਾਪਤ ਨਹੀਂ ਹੋਵੇਗੀ। ਇਸ ਕਰਕੇ ਇਸ ਦਾ ਆਂਸਰ ਕੀ ਆਵੇਗਾ D। 2 ਲਗਾਤਾਰ ਸੰਪੂਰਨ ਸੰਖਿਆਵਾਂ ਦਾ ਗੁਣਨਫਲ 2 ਨਾਲ ਭਾਗਯੋਗ ਹੈ। ਪ੍ਰੋਡਕਟ ਆਫ 2 ਕੰਸੀਕਿਊਟਿਵ ਪੋਜ਼ੀਟਿਵ ਇੰਟੀਜਰ ਇਜ਼ ਡਿਵੀਜ਼ੀਬਲ ਬਾਈ 2। ਵੀ ਜੇਕਰ ਸਾਡੇ ਕੋਲ 2 ਸੰਖਿਆਵਾਂ ਲਗਾਤਾਰ ਹਨ, ਜਿਸ ਤਰ੍ਹਾਂ ਅਸੀਂ ਮੰਨ ਲਈਏ ਵੀ ਇੱਕ ਸੰਖਿਆ ਸਾਡੇ ਕੋਲ 5 ਹੈ ਇੱਕ 6 ਹੈ, ਉਹਨਾਂ ਦਾ ਗੁਣਨਫਲ 2 ਨਾਲ ਵੰਡਿਆ ਜਾਵੇਗਾ, ਬਿਲਕੁਲ ਵੰਡਿਆ ਜਾਵੇਗਾ। ਤਾਂ ਇਸ ਤਰ੍ਹਾਂ ਇਹ ਕਦੇ ਕਦੇ ਵੰਡਿਆ ਜਾਂਦਾ ਹਮੇਸ਼ਾ, ਤਾਂ ਇਸ ਦਾ ਆਂਸਰ ਕਿੰਨਾ ਆਵੇਗਾ ਹਮੇਸ਼ਾ ਆਲਵੇਜ। ਤਾਂ ਲਗਾਤਾਰ 2 ਸੰਖਿਆਵਾਂ ਦਾ ਗੁਣਨਫਲ ਹਮੇਸ਼ਾ 2 ਨਾਲ ਭਾਗਯੋਗ ਹੁੰਦਾ ਹੈ। ਤਾਂ ਸਾਡੇ ਕੋਲ 3ਵਾਂ ਸਵਾਲ ਹੈ ਗਣਿਤ ਦੀ ਮੂਲਭੂਤ ਪ੍ਰਮੇय ਦੇ ਸੰਦਰਭ ਵਿੱਚ ਹਰ ਇੱਕ ਭਾਜ ਸੰਖਿਆ ਨੂੰ ਕਿਹੜੀਆਂ ਸੰਖਿਆਵਾਂ ਦੇ ਗੁਣਨਫਲ ਦੇ ਰੂਪ ਵਿੱਚ ਦਰਸਾਇਆ ਸਕਦਾ ਹੈ। ਤਾਂ ਬੱਚਿਓ ਅਸੀਂ ਇਸ ਨੂੰ ਫੰਡਾਮੈਂਟਲ ਥਿਓਰਮ ਅਨੁਸਾਰ ਦੇਖਣਾ ਹੈ ਵੀ ਹਰ ਭਾਜ ਸੰਖਿਆ ਨੂੰ ਅਸੀਂ ਕਿਹੜੀਆਂ ਸੰਖਿਆਵਾਂ ਦੇ ਰੂਪ ਵਿੱਚ ਦਰਸਾ ਸਕਦੇ ਹਾਂ ਅਭਾਜ ਸੰਖਿਆਵਾਂ ਜਾਣੀ ਕਿ ਪ੍ਰਾਈਮ ਨੰਬਰ। ਤਾਂ ਅਸੀਂ ਭਾਜ ਸੰਖਿਆ ਦੇ ਜਿਹੜੇ ਗੁਣਨਫਲ ਆ ਉਹ ਪ੍ਰਾਈਮ ਨੰਬਰ ਜਾਣੀ ਕਿ ਅਭਾਜ ਸੰਖਿਆਵਾਂ ਦੇ ਗੁਣਨਫਲ ਦੇ ਰੂਪ ਵਿੱਚ ਦਰਸਾ ਸਕਦੇ ਹਾਂ। ਯੂਕਲਿਡ ਵੰਡ ਐਲਗੋਰਿਥਮ ਯੂਕਲਿਡ ਡਿਵੀਜ਼ਨ ਐਲਗੋਰਿਥਮ ਦਾ ਪ੍ਰਯੋਗ ਦੋ ਧਨਾਤਮਕ ਸੰਪੂਰਨ ਸੰਖਿਆਵਾਂ ਦਾ ਕੀ ਪਤਾ ਕਰਨ ਲਈ ਕੀਤਾ ਜਾਂਦਾ ਹੈ, LCM HCF ਜਾਂ ਦੋਵੇਂ ਜਾਂ ਇਹਨਾਂ ਵਿੱਚੋਂ ਕੋਈ ਵੀ ਨਹੀਂ। ਤਾਂ ਸਾਨੂੰ ਪਤਾ ਹੈ ਵੀ ਯੂਕਲਿਡ ਵੰਡ ਐਲਗੋਰਿਥਮ ਦਾ ਪ੍ਰਯੋਗ ਅਸੀਂ ਮਹੱਤਵ ਸਮਾਵਰਤਕ HCF ਪਤਾ ਕਰਨ ਲਈ ਕਰਦੇ ਹਾਂ। A+2 A+4 ਜਿੱਥੇ ਕੋਈ ਵੀ A ਇੱਕ ਧਨਾਤਮਕ ਸੰਪੂਰਨ ਸੰਖਿਆ ਹੈ ਹਮੇਸ਼ਾ ਕਿਸ ਸੰਖਿਆ ਨਾਲ ਵੰਡੀ ਜਾਂਦੀ ਹੈ। ਜੇ ਅਸੀਂ ਇਹਦਾ ਮੁੱਲ 1 ਭਰਦੇ ਹਾਂ ਤਾਂ ਸਾਡੇ ਕੋਲ ਸੰਖਿਆਵਾਂ ਕੀ ਬਣ ਗਈਆਂ 1 3 ਅਤੇ 5, ਤਾਂ ਸੰਖਿਆ 3 ਨਾਲ ਵੰਡੀ ਜਾਵੇਗੀ। ਹੁਣ ਮੰਨ ਲਓ ਅਸੀਂ ਸੰਖਿਆ ਜੋ ਸਾਡੇ ਕੋਲ ਹੈ 2 ਭਰਦੇ ਹਾਂ, ਸਾਡੇ ਕੋਲ ਸੰਖਿਆ ਕੀ ਬਣ ਗਈਆਂ 2
4 6 ਤੇ ਸੰਖਿਆ ਫਿਰ ਵੀ 3 ਨਾਲ ਵੰਡੀ ਜਾਂਦੀ ਹੈ। ਇਸ ਤਰ੍ਹਾਂ ਅਸੀਂ ਜੇਕਰ ਹੋਰ ਸੰਖਿਆਵਾਂ ਵੀ ਭਰ ਕੇ ਦੇਖਾਂਗੇ ਤਾਂ ਸਾਡੇ ਕੋਲ ਜੋ ਸੰਖਿਆਵਾਂ ਹਨ ਇਹ ਹਮੇਸ਼ਾ 3 ਨਾਲ ਵੰਡੀਆਂ ਜਾਣਗੀਆਂ। ਤਾਂ ਇਸ ਕਰਕੇ ਇਸ ਦਾ ਆਨਸਰ ਕਿੰਨਾ ਆਵੇਗਾ 3। ਤਾਂ ਬੱਚਿਓ ਉਮੀਦ ਹੈ ਤੁਹਾਨੂੰ ਜਿਹੜੇ ਪ੍ਰਸ਼ਨ ਆਏ ਪਸੰਦ ਆਏ ਹੋਣਗੇ। ਤਾਂ ਹਰ ਚੈਪਟਰ ਦੇ ਇਸ ਪ੍ਰਕਾਰ ਦੇ ਪ੍ਰਸ਼ਨ ਤੁਸੀਂ ਸਿੱਖਣ ਲਈ ਇਸ ਚੈਨਲ ਨੂੰ ਸਬਸਕ੍ਰਾਈਬ ਕਰੋ ਤਾਂ ਜੋ ਤੁਹਾਨੂੰ ਸਮੇਂ ਸਿਰ ਹਰ ਚੈਪਟਰ ਦੀ ਪੈਸ ਦੀ ਤਿਆਰੀ ਲਈ ਜਾਂ NTC ਦੀ ਤਿਆਰੀ ਲਈ ਜਾਂ ਹੋਰ ਮੈਥ ਦੇ ਟੈਸਟਾਂ ਦੀ ਤਿਆਰੀ ਲਈ ਤੁਹਾਨੂੰ ਜਿਹੜੀ ਵੀਡੀਓ ਆ ਉਹ ਸਭ ਤੋਂ ਪਹਿਲਾਂ ਮਿਲ ਸਕੇ। ਤੁਹਾਡਾ ਧੰਨਵਾਦ।